ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਅਤੇ ਨਵਾਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਾਨੂੰ ਸਮਝਾਉਂਦੇ ਵੀ ਇਸ ਸੰਸਾਰ ਦੇ ਵਿੱਚ ਆ ਕੇ ਜਿੱਥੇ ਅਸੀਂ ਆਉਂਦੇ ਹਾਂ, ਇੱਥੇ ਸਾਰਾ ਖੇਲ ਚੱਲਦਾ ਮਾਇਆ ਤੋਂ। ਮਾਇਆ ਕਹਿੰਦੇ ਵਿਚਾਰਨ ਤ੍ਰੈ ਗੁਣਾਂ, ਜਿਹੜੇ ਫਿਰ ਗੁਰਸਿੱਖ ਨੇ ਉਹਨਾਂ ਨੂੰ ਗੁਰਬਾਣੀ 'ਚ ਜੋਗੀ ਵੀ ਆਖੇ ਬਈ ਉਹ ਗੁਰਸਿੱਖ ਜੋਗੀ ਉਹ ਅੰਦਨ ਜਾਗਦੇ ਨੇ। ਉਹ ਮਾਇਆ ਦੇ ਵਿੱਚ ਰਹਿੰਦੇ ਹੋਏ ਵੀ, ਉਹ ਮਾਇਆ ਤੋਂ ਨਿਰਲੇਪ ਨੇ, ਇਹਦੇ ਵਿੱਚ ਰਹਿੰਦੇ ਹੋਏ ਵੀ ਉਹ ਉਦਾਸੀ। ਇਸ ਵਰਤਾਈ ਫਿਰ ਸਾਨੂੰ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਬਈ ਉਹ ਗੁਰਸਿੱਖ ਜਿਹੜੇ ਜੋਗੀ ਉਹ ਜਾਗਦੇ, ਕਿਵੇਂ ਜਾਗਦੇ? ਉਹ ਮਾਇਆ ਤੋਂ ਨਿਰਲੇਪ ਨੇ, ਮਾਇਆ ਦੇ ਵਿੱਚ ਰਹਿੰਦੇ ਹੋਏ ਵੀ ਉਹ ਇਹ ਤੋਂ ਉੱਪਰ ਰਹਿੰਦੇ ਨੇ। ਇਹ ਹੋ ਗਈ ਉਹਨਾਂ ਨੂੰ ਜੁਗਤੀ ਆ ਗਈ, ਉਹਨਾਂ ਨੂੰ ਤਰੀਕਾ ਆ ਗਿਆ ਇਸ ਸੰਸਾਰ ਦੇ ਵਿੱਚ ਰਹਿਣ ਦਾ, ਵੀ ਕਿਵੇਂ ਮਾਇਆ ਦੇ ਵਿੱਚ ਰਹਿੰਦੇ ਹੋਏ ਵੀ ਮਾਇਆ ਤੋਂ ਨਿਰਲੇਪ ਰਹਿਣਾ। ਉਹ ਗੁਰਸਿੱਖ ਦੇਖਦੇ ਆਪਣੇ ਵਾਂਗੂ ਹੀ ਨੇ, ਗੁਰਮੁਖ ਆਪਣੇ ਵਰਗੇ ਹੀ ਹੁੰਦੇ, ਸਰੀਰ ਉਹਨਾਂ ਦਾ ਆਪਣੇ ਵਰਗਾ ਹੀ ਦਿੰਦਾ ਹੈ। ਹੁਣ ਉਹ ਸਾਰਾ ਕੰਮ ਕਾਰ ਵੀ ਕਰਦੇ, ਪਰਿਵਾਰ 'ਚ ਰਹਿੰਦੇ, ਪਰ ਰਹਿੰਦੇ ਹੋਏ ਵੀ ਉਹ ਇਹਨਾਂ ਦੇ ਵਿੱਚ ਨਿਰਲੇਪ ਨੇ, ਮਾਇਆ ਤੋਂ ਉੱਪਰ। ਉਹ ਸਾਰਾ ਕੁਛ ਕਰਦੇ ਹੋਏ ਵੀ ਹੱਸਦੇ, ਖਾਂਦੇ, ਪਹਿਨਦੇ, ਕੰਮ ਕਾਰ ਕਰਦੇ, ਉਹ ਵਿੱਚ ਰਹਿੰਦੇ ਹੋਏ ਮੁਕਤ ਨੇ। ਮਹਾਰਾਜ ਕਹਿੰਦੇ ਨਾਨਕ ਸਤਿਗੁਰ ਭੇਟੇ ਆ,
ਪੂਰੀ ਹੋਵੇ ਜੁਗਤ, ਹੱਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਬਈ ਜਿਨ੍ਹਾਂ ਨੂੰ ਇਹ ਜੁਗਤੀ ਆ ਗਈ, ਜਿਨ੍ਹਾਂ ਨੂੰ ਇਹ ਤਰੀਕਾ ਆ ਗਿਆ, ਉਹ ਸਾਰਾ ਕੁਛ ਕਰਦੇ ਹੋਏ ਵੀ ਸੰਸਾਰ ਦੇ ਵਿੱਚ ਉਹ ਫਿਰ ਵੀ ਮੁਕਤ, ਉਹ ਫਿਰ ਵੀ ਮਾਇਆ ਤੋਂ ਨਿਰਲੇਪ ਨੇ। ਹੁਣ ਇਸੇ ਤਰ੍ਹਾਂ ਹੀ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਹੜੇ ਗੁਰਸਿੱਖ ਉਹ ਜਾਗਦੇ ਤੇ ਮਾਇਆ ਦੇ ਵਿੱਚ ਰਹਿੰਦੇ ਹੋਏ ਵੀ ਮਾਇਆ ਤੋਂ ਉਦਾਸੀ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਮਾਇਆ ਹੈ ਕੀ ਹੈ, ਜਿਹਦੇ ਤੋਂ ਅਸੀਂ ਨਿਰਲੇਪ ਹੋਣਾ, ਜਿਹਦੇ ਤੋਂ ਅਸੀਂ ਉੱਪਰ ਉੱਠਣਾ। ਬਈ ਅਸੀਂ ਕਿਵੇਂ ਸੰਸਾਰ ਦੇ ਵਿੱਚ ਰਹਿੰਦੇ ਹੋਏ ਹੀ ਇਹ ਮਾਇਆ ਤੋਂ ਉੱਪਰ ਉੱਠੀਏ, ਮਾਇਆ ਤੋਂ ਨਿਰਲੇਪ ਹੋਈਏ। ਉਹਦੇ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪੈਣਾ ਵੀ ਮਾਇਆ ਹੈ ਕੀ ਹੈ, ਜਿਹਤੋਂ ਅਸੀਂ ਨਿਰਲੇਪ ਹੋਣਾ। ਹੁਣ ਆਮ ਜੀਵ ਜਿਹੜਾ ਉਹ ਮਾਇਆ ਸਮਝਦਾ ਪੈਸੇ ਧੇਲੇ ਨੂੰ, ਵੀ ਇਹ ਪੈਸਾ ਜਿਹੜਾ ਇਹ ਮਾਇਆ ਹੈ। ਹੁਣ ਅਸਲ ਮਾਇਆ ਜਿਹੜੀ ਉਹ ਸਾਡੇ ਅੰਦਰ ਹੈ ਸਾਰਿਆਂ 'ਚ। ਉਹ ਮਾਇਆ ਹੈ ਤ੍ਰੈ ਗੁਣ, ਜਿੱਥੇ ਵਿਚਾਰ ਚੱਲਦੇ, ਜਿੱਥੇ ਫੁਰਨੇ ਚੱਲਦੇ, ਉਹਨੂੰ ਗੁਰਬਾਣੀ ਗੁਰੂ ਵਿੱਚ ਮਾਇਆ ਕਹਿੰਦੇ। ਹੁਣ ਇਹ ਜਿਹੜੇ ਪੈਸੇ ਤਾਂ ਮਾਨਸ ਜਾਮੇ 'ਚ ਆਪਾਂ ਇਕੱਠੇ ਕਰਦੇ ਹਾਂ। ਹੋਰ ਜਿੰਨੀ ਵੀ 84 ਲੱਖ ਜੂਨ ਨੇ ਮਾਨਸ ਨੂੰ ਛੱਡ ਕੇ ਉਹ ਪੈਸੇ ਇਕੱਠੇ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪੈਸਿਆਂ ਦੀ ਲੋੜ ਹੀ ਨਹੀਂ ਹੈ। ਪਰ ਮਾਇਆ ਉਹਨਾਂ ਨੂੰ ਵੀ ਲੱਗੀ ਹੋਈ ਹੈ। ਜਿਹਨੂੰ ਮਾਰੇ ਕਹਿੰਦੇ ਪੇਟ ਲੱਗਿਆ ਉਧਰ, ਉਹਨੂੰ ਮਾਇਆ ਲੱਗੀ। ਜਿਹਦੇ ਪੇਟ ਲੱਗਿਆ ਉਹਦੇ ਅੰਦਰ ਵਿਚਾਰ ਚੱਲਦੇ, ਉਹਦੇ ਅੰਦਰ ਫੁਰਨੇ ਚੱਲਦੇ। ਇਹ ਵਿਚਾਰਾਂ ਨੂੰ ਮਾਇਆ ਕਹਿੰਦੇ। ਜਿਹਨੂੰ ਮਾਰੇ ਕਹਿੰਦੇ ਰਜ ਗੁਣ, ਤਮ ਗੁਣ, ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਹੁਣ ਇਹ ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, ਇਹ ਤਿੰਨ ਗੁਣ ਨੇ ਜਿਹਨੂੰ ਤ੍ਰੈ ਗੁਣ ਕਹਿੰਦੇ। ਹੁਣ ਇਹ ਮਾਇਆ ਹੈ। ਇਸ ਮਾਇਆ ਦੇ ਵਿੱਚ ਸਾਰਾ ਸੰਸਾਰ ਸੁੱਤਾ ਪਿਆ। ਜੋ ਆਬਾ ਪੜ੍ਹਦੇ ਰੋਜ਼ ਗੁਰੂ ਅਮਰਦਾਸ ਜੀ ਫਰਮਾਉਂਦੇ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਬਈ ਇਹ ਮਾਇਆ ਦੇ ਵਿੱਚ ਸੁੱਤੇ ਹੋਏ ਦੇ ਜੀਵ ਦੀ ਸਾਰੀ ਰਹਿਣ ਜਿਹੜੀ ਉਹਦੀ ਆਰਜੂ ਉਮਰ ਉਹ ਬੀਤ ਜਾਂਦੀ, ਉਹ ਸੁੱਤਾ ਹੀ ਰਹਿੰਦਾ ਭਰਮ ਦੇ ਵਿੱਚ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਬਈ ਜਿਹਨੂੰ ਪੇਟ ਉਧਰ ਲੱਗਿਆ ਉਹਨੂੰ ਮਾਇਆ ਵੀ ਲੱਗੀ। ਉਹਨੇ ਮਾਇਆ ਦਾ ਭੇਦ ਸਾਨੂੰ ਫੇਰ ਆਉਂਦਾ ਜਦੋਂ ਅਸੀਂ ਸਾਧ ਸੰਗਤ ਕਰਦੇ ਹਾਂ, ਜਦੋਂ ਸਾਨੂੰ ਸੰਗ ਹੁੰਦਾ ਸੰਤਾਂ ਦਾ, ਸਾਧੂਆਂ ਦਾ, ਉਹ ਫਿਰ ਸਾਨੂੰ ਮਾਇਆ ਦਾ ਭੇਦ ਦਿੰਦੇ ਤੇ ਫਿਰ ਅਸੀਂ ਇਹ ਮਾਇਆ ਤੋਂ ਉੱਪਰ ਉੱਠਦੇ। ਫਿਰ ਅਸੀਂ ਇਹ ਮਾਇਆ ਦੇ ਵਿੱਚ ਰਹਿੰਦੇ ਹੋਏ ਇਹ ਮਾਇਆ ਤੋਂ ਉਦਾਸੀ ਹੋ ਜਾਂਦੇ। ਮਹਾਰਾਜ ਇਸ ਲਈ ਫਰਮਾਉਂਦੇ, ਕਹੋ ਕਬੀਰ ਜਿਸ ਉਦਰ ਤਿਸ ਮਾਇਆ, ਭਾਵ ਛੂਟੇ ਜਬ ਸਾਧੂ ਪਾਇਆ। ਬਾਬਾ ਕਬੀਰ ਜੀ ਕਹਿੰਦੇ ਵੀ ਜਿਹਨੂੰ ਉਧਰ ਹੁੰਦਾ ਢਿੱਡ, ਪੇਟ, ਬਈ ਜਿਹਨੂੰ ਉਧਰ ਲੱਗਿਆ, ਜਿਹਨੂੰ ਪੇਟ ਲੱਗਿਆ, ਉਹਨੂੰ ਮਾਇਆ ਲੱਗੀ। ਉਹ ਚਾਹੇ ਛੋਟੇ ਤੋਂ ਛੋਟਾ ਜੀਵ ਜਿਵੇਂ ਕੀੜੀ ਹੈ, ਉਹਨੂੰ ਵੀ ਮਾਇਆ ਲੱਗੀ ਹੈ, ਚਾਹੇ ਹਾਥੀ ਹੈ, ਉਹਨੂੰ ਵੀ ਮਾਇਆ ਲੱਗੀ ਹੋਈ ਹੈ। ਜਿਹਨੂੰ ਪੇਟ ਲੱਗਿਆ ਉਹਨੂੰ ਮਾਇਆ ਲੱਗੀ, ਉਹਦੇ ਅੰਦਰ ਵਿਚਾਰ ਚੱਲਦੇ। ਹੁਣ ਆਪਾਂ ਨੂੰ ਫਿਰ ਇਹਦਾ ਭੇਤ ਆਉਂਦਾ ਜਦੋਂ ਅਸੀਂ ਸਾਧ ਸੰਗਤ ਕਰਦੇ ਹਾਂ ਵੀ ਮਾਇਆ ਜਿਹੜੀ ਉਹ ਸਾਡੇ ਅੰਦਰ ਹੈ। ਉਹ ਮਾਇਆ ਹੈ ਵਿਚਾਰਾਂ ਰੂਪੀ ਮਾਇਆ, ਜਿਹੜੇ ਸਾਡੇ ਅੰਦਰ ਵਿਚਾਰ ਚੱਲਦੇ, ਚਾਹੇ ਅਸੀਂ ਕਿਸੇ ਦੀ ਚਿੰਤਾ ਕਰਦੇ ਹਾਂ, ਅਸੀਂ ਫਿਕਰ ਕਰਦੇ ਹਾਂ, ਜਾਂ ਅਸੀਂ ਕਿਸੇ ਨਾਲ ਦੁਬਦਾ ਕਰਦੇ ਹਾਂ, ਵੈਰ ਵਿਰੋਧ ਕਰਦੇ ਹਾਂ, ਇਹ ਸਭ ਮਾਇਆ ਹੈ। ਹੁਣ ਇਸ ਮਾਇਆ ਦਾ ਭੇਦ ਆਪਾਂ ਨੂੰ ਫੇਰ ਆਉਂਦਾ ਜਦੋਂ ਅਸੀਂ ਸਤ ਸੰਗਤ ਕਰਦੇ ਹਾਂ, ਤੇ ਫਿਰ ਸਾਨੂੰ ਦੱਸਦੇ ਵੀ ਹੁਣ ਅਸੀਂ ਇਹ ਮਾਇਆ ਤੋਂ ਉੱਪਰ ਕਿਵੇਂ ਉੱਠਣਾ।
ਹੁਣ ਮਾਇਆ ਕੀ, ਜਿੱਥੇ ਵਿਚਾਰ ਚੱਲਦੇ ਉਹ ਮਾਇਆ ਹੈ। ਚਾਹੇ ਉਹ ਵਿਚਾਰ ਸਾਡੇ ਰਜੋ ਗੁਣੀ ਨੇ, ਚਾਹੇ ਉਹ ਵਿਚਾਰ ਸਾਡੇ ਤਮੋ ਗੁਣੀ ਨੇ, ਤੇ ਚਾਹੇ ਸਾਡੇ ਵਿਚਾਰ ਸਤੋ ਗੁਣੀ ਨੇ। ਇਹ ਮਾਇਆ ਹੈ। ਇਸੇ ਮਾਇਆ ਨੇ ਹੀ ਸਾਨੂੰ ਪਰਮਾਤਮਾ ਤੋਂ ਦੂਰ ਕੀਤਾ ਹੋਇਆ ਹੈ। ਇਹ ਉਹ ਮਾਇਆ ਜਿਹਨੂੰ ਮਹਾਰਾਜ ਕਹਿੰਦੇ, ਇਹ ਮਾਇਆ ਜਿਤ ਹਰ ਵਿਸਰੀ, ਮੋਹ ਉਪਜੇ ਭਾਉ ਦੂਜਾ ਲਾਇਆ। ਵੀ ਇਹ ਉਹ ਮਾਇਆ ਵਿਚਾਰਾਂ ਰੂਪੀ, ਜਿਹੜੀ ਨਾ ਤਾਂ ਦਿਸਦੀ ਹੈ, ਨਾ ਬੋਲਦੀ, ਨਾ ਸੁਣਦੀ, ਫਿਰ ਵੀ ਸਾਡੇ ਮਨਾਂ ਨੂੰ ਬੜੀ ਮਿੱਠੀ ਤੇ ਬੜੀ ਪਿਆਰੀ ਲੱਗਦੀ। ਸਤਿਗੁਰੂ ਕਹਿੰਦੇ, ਨਾ ਇਹ ਸੁਣੀਏ ਨੈ ਬਕੀਏ, ਨੈ ਇਹ ਨੇਤਰੋਂ ਡੀਠੀ, ਐਸੀ ਠਗੌਰੀ ਪਾਏ ਭੁਲਾਵੇ, ਮਨ ਸਭ ਕੇ ਲਾਗੇ ਮੀਠੀ। ਵੀ ਇਹ ਉਹ ਮਾਇਆ ਜਿਹੜੀ ਵਿਚਾਰ ਸਾਡੇ ਅੰਦਰ ਤੇ ਜਿਹੜੇ ਸਾਡੇ ਮਨ ਨੂੰ ਪਿਆਰੇ ਲੱਗਦੇ, ਸਾਡੇ ਮਨ ਨੂੰ ਇਹ ਮਾਇਆ ਬੜੀ ਮਿੱਠੀ ਲੱਗਦੀ। ਹੁਣ ਸਤਿਗੁਰੂ ਫਿਰ ਸਾਨੂੰ ਸਮਝਾਉਂਦੇ ਵੀ ਇਹ ਮਾਇਆ ਤੋਂ ਅਸੀਂ ਉੱਪਰ ਉੱਠਣਾ, ਇਹ ਮਾਇਆ ਤੋਂ ਅਸੀਂ ਹੁਣ ਨਿਰਲੇਪ ਹੋਣਾ। ਹੁਣ ਇਹ ਮਾਇਆ ਤੋਂ ਉੱਪਰ ਉੱਠਣ ਵਾਸਤੇ ਸਾਨੂੰ ਸ਼ਬਦ ਦੀ ਕਮਾਈ ਕਰਨੀ ਪੈਂਦੀ, ਸਾਨੂੰ ਸਿਮਰਨ ਕਰਨਾ ਪੈਂਦਾ, ਸਾਨੂੰ ਗੁਰੂ ਦੀ ਮੱਤ ਲੈਣੀ ਪੈਂਦੀ, ਸਾਨੂੰ ਗੁਰੂ ਦੀ ਮੱਤ ਨੂੰ ਦ੍ਰਿੜ ਕਰਨਾ ਪੈਂਦਾ। ਫਿਰ ਸਾਡਾ ਮਨ ਇਹ ਮਾਇਆ ਤੋਂ ਉੱਪਰ ਉੱਠ ਜਾਂਦਾ, ਮਾਇਆ ਤੋਂ ਨਿਰਲੇਪ ਹੋ ਜਾਂਦਾ। ਤਾਈਓ ਫਿਰ ਕਹਿੰਦੇ ਵੀ ਜਿਹੜੇ ਗੁਰਮੁਖ ਉਹ ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਉਹ ਮਾਇਆ ਤੋਂ ਨਿਰਲੇਪ। ਜਿਵੇਂ ਮਹਾਰਾਜ ਸਾਨੂੰ ਉਦਾਹਰਨਾਂ ਦਿੱਤੀਆਂ ਗੁਰਬਾਣੀ ਗੁਰੂ ਵਿੱਚ, ਵੀ ਗੁਰਮੁਖ ਇਸ ਤਰ੍ਹਾਂ ਇੱਧਰ ਮਾਇਆ ਦੇ ਵਿੱਚ ਰਹਿੰਦੇ ਸੰਸਾਰ 'ਚ, ਜਿਵੇਂ ਇੱਕ ਕਮਲ ਦਾ ਫੁੱਲ ਹੈ, ਉਹਦੀ ਜੜ ਬੇਸ਼ੱਕ ਚਿੱਕੜ ਦੇ ਵਿੱਚ, ਪਰ ਉਹ ਆਪ ਚਿੱਕੜ ਤੋਂ ਉੱਪਰ ਉੱਠਿਆ ਰਹਿੰਦਾ, ਨਿਰਲੇਪ ਹੈ ਚਿੱਕੜ ਤੋਂ। ਜਿਵੇਂ ਮਰਗਾਬੀ ਹੈ, ਆਪਾਂ ਦੇਖਦੇ ਹਾਂ ਛੱਪੜ 'ਚ ਰਹਿੰਦੀ, ਹੁਣ ਉਹਦੀ ਖੁਰਾਕ ਪਾਣੀ ਦੇ ਵਿੱਚ, ਉਹ ਜਦੋਂ ਪਾਣੀ 'ਚ ਜਾਂਦੀ ਉਹ ਵਿੱਚ ਚੁੱਭੀ ਵੀ ਮਾਰਦੀ, ਜਦੋਂ ਪਾਣੀ ਦੇ ਵਿੱਚੋਂ ਬਾਹਰ ਨਿਕਲਦੀ ਉਹ ਫਿਰ ਉਡਾਰੀ ਮਾਰਦੀ, ਅਤੇ ਇੱਕ ਬੂੰਦ ਵੀ ਪਾਣੀ ਦੀ ਉਹਦੇ ਨਾਲ ਨਹੀਂ ਜਾਂਦੀ, ਉਹ ਆਪਦੇ ਜਿਹੜੇ ਖੰਭ ਨੇ ਉਹਨਾਂ ਨੂੰ ਭਿੱਜਣ ਨਹੀਂ ਦਿੰਦੀ। ਹੁਣ ਇਸੇ ਤਰ੍ਹਾਂ ਹੀ ਗੁਰਮੁਖ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਉਹ ਕਮਲ ਫੁੱਲ ਦੀ ਤਰ੍ਹਾਂ ਉੱਪਰ ਉੱਠੇ ਰਹਿੰਦੇ, ਉਹ ਮਰਗਾਬੀ ਦੀ ਤਰ੍ਹਾਂ ਰਹਿੰਦੇ। ਜਦੋਂ ਇੱਥੋਂ ਅਸੀਂ ਆਪਦੇ ਦੇਸ਼ ਆਪਦੇ ਘਰ ਨੂੰ ਵਾਪਸ ਜਾਣਾ, ਉਹ ਇੱਕ ਵੀ ਇੱਥੋਂ ਵਿਚਾਰ ਫੁਰਨਾ ਉਹਨਾਂ ਦੇ ਨਾਲ ਨਹੀਂ ਜਾਂਦਾ, ਉਹ ਮਾਇਆ ਉਹ ਸਭ ਇੱਥੇ ਹੀ ਰਹਿ ਜਾਂਦੀ। ਇਸ ਨੂੰ ਫਿਰ ਮਾਰੇ ਗੁਰਬਾਣੀ 'ਚ ਫਰਮਾਉਂਦੇ, ਜੈਸੇ ਜਲ ਮੈਂ ਕਮਲ ਨਿਰਾਲਮ, ਬੁਰਗਾ ਇਨੇ ਸਾਣੇ, ਸ਼ਬਦ ਸੁਰਤ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਬਈ ਗੁਰਮੁਖ ਮਾਇਆ ਦੇ ਵਿੱਚ ਰਹਿੰਦੇ ਇੱਦਾਂ ਉਦਾਸੀ ਨੇ, ਜਿਵੇਂ ਕਮਲ ਦਾ ਫੁੱਲ ਹੈ ਤੇ ਜਿਵੇਂ ਮਰਗਾਬੀ, ਵੀ ਇਸ ਤਰ੍ਹਾਂ ਉਹ ਰਹਿੰਦੇ। ਇਹ ਫਿਰ ਆਪਾਂ ਨੂੰ ਇਸ ਲਈ ਉਦਾਹਰਨਾਂ ਦਿੱਤੀਆਂ ਵੀ ਤਾਂ ਕਿ ਸਾਨੂੰ ਸਮਝ ਲੱਗ ਜੇ, ਸਾਨੂੰ ਭੇਤ ਆ ਜੇ। ਜਿਵੇਂ ਉਦਾਹਰਨ ਦਿੱਤੀ ਮੱਕੜੀ ਦੀ, ਜਿਹੜੀ ਜਾਲਾ ਬੁਣਦੀ। ਹੁਣ ਉਹ ਮੱਕੜੀ ਹੈ ਜਿਹੜੀ, ਉਹ ਜਦੋਂ ਛੱਤ ਤੋਂ ਥੱਲੇ ਆਉਂਦੀ ਉਹ ਆਪਦੇ ਮੂੰਹ 'ਚੋਂ ਤਾਰ ਕੱਢੀ ਜਾਂਦੀ, ਉਹ ਜਾਲਾ ਜਦੋਂ ਧਰਤੀ 'ਤੇ ਆ ਜਾਂਦੀ ਉਹ ਤਾਰ ਨੂੰ ਕਿਸੇ ਚੀਜ਼ ਨਾਲ ਅਟਕਾ ਦਿੰਦੀ, ਇਹ ਆਪਦੀ ਜਿਹੜੀ ਪੇਟ ਪੂਰਤੀ ਕਰਨ ਵਾਸਤੇ ਉਹ ਤਾਰ ਵੱਲ ਧਿਆਨ ਰੱਖਦੀ, ਤਾਰ ਨੂੰ ਵਿਸਰਦੀ ਨਹੀਂ, ਉਹਨੂੰ ਭੁੱਲਦੀ ਨਹੀਂ ਹੈ। ਉਹ ਨਾਲ ਨਾਲ ਆਪਦੀ ਖੁਰਾਕ ਲਈ ਜਾਂਦੀ, ਪੇਟ ਪੂਰਤੀ ਜਦੋਂ ਉਹਦੀ ਹੋ ਜਾਂਦੀ ਉਹ ਤਾਰ ਨੂੰ ਫੜਦੀ, ਉਹਨੂੰ ਇਕੱਠਾ ਕਰਦੀ ਵਾਪਸ ਆਪਦੇ ਘਰ ਚਲੀ ਜਾਂਦੀ ਉੱਪਰ। ਹੁਣ ਇਸੇ ਤਰ੍ਹਾਂ ਹੀ ਗੁਰਮੁਖ ਨੇ ਸੰਸਾਰ ਦੇ ਵਿੱਚ ਜਦੋਂ ਇੱਥੇ ਆਉਂਦੇ ਦਿਨ ਦੇ ਸਮੇਂ, ਉਹ ਜਿਹੜਾ ਨਾਮ ਹੈ ਸਾਡੇ ਅੰਦਰ, ਮਾਲਕ ਦੀ ਆਵਾਜ਼ ਉਹ ਸਾਡੇ ਅੰਦਰ ਚੱਲ ਰਹੀ ਹੈ। ਹੁਣ ਉਹ ਗੁਰਮੁਖ ਉਸ ਆਵਾਜ਼ ਤੋਂ ਇੰਨੀ ਦੂਰ ਨਹੀਂ ਜਾਂਦੇ
ਵੀ ਉਹਨਾਂ ਨੂੰ ਆਵਾਜ਼ ਸੁਣਨੀ ਬੰਦ ਹੋ ਜੇ। ਉਹ ਇੱਧਰ ਨਾਲ ਨਾਲ ਕਰਮ ਕਰੀ ਜਾਂਦੇ ਸੰਸਾਰ ਦਾ, ਨਾਲ ਨਾਲ ਧਿਆਨ ਉਹ ਮੱਕੜੀ ਵਾਂਗੂ, ਜਿਵੇਂ ਉਹਦਾ ਉਹ ਜਾਲੇ ਵੱਲ ਧਾਰ ਵੱਲ, ਉਹ ਇਸੇ ਤਰ੍ਹਾਂ ਗੁਰਮੁਖ ਮਾਲਕ ਦੀ ਆਵਾਜ਼ ਵੱਲ ਧਿਆਨ ਰੱਖਦੇ। ਜਦੋਂ ਦੇਖਿਆ ਇੱਧਰੋਂ ਕਰਮ ਤੋਂ ਵਿਹਲੇ ਹੋਏ, ਹੁਣ ਆਪਦੇ ਘਰ ਜਾਣਾ ਵਾਪਸ ਦੇਸ਼ ਨੂੰ, ਅਤੇ ਉਹ ਨਾਮ ਨੂੰ ਪਕੜਿਆ ਅਤੇ ਸਿੱਧਾ ਹੀ ਆਪਦੇ ਘਰ ਚਲੇ ਗਏ ਵਾਪਸ। ਹੁਣ ਇਸ ਵਾਸਤੇ ਫਿਰ ਇਹ ਆਪਾਂ ਨੂੰ ਉਦਾਹਰਨਾਂ ਦਿੰਦੇ ਮਹਾਰਾਜ ਵੀ ਇਸ ਤਰ੍ਹਾਂ ਅਸੀਂ ਇਹ ਸੰਸਾਰ ਦੇ ਵਿੱਚ ਰਹਿਣਾ, ਵੀ ਇਸ ਤਰ੍ਹਾਂ ਗੁਰਮੁਖ ਰਹਿੰਦੇ, ਗੁਰਸਿੱਖ ਰਹਿੰਦੇ, ਵੀ ਉਹ ਜਾਗਦੇ, ਇੱਧਰ ਵੀ ਵਿਚਾਰਾਂ 'ਚ ਭਰਮ 'ਚ ਨਹੀਂ ਮਨ ਨੂੰ ਜਾਣ ਦਿੰਦੇ, ਸੌਂਦੇ ਨਹੀਂ। ਜਦੋਂ ਆਪਦੇ ਘਰ ਜਾਂਦੇ ਉਹ ਉਧਰ ਜਾ ਕੇ ਵੀ ਜਾਗਦੇ ਨੇ। ਇਹਨੂੰ ਕਹਿੰਦੇ ਅਨਦਿਨ ਜਾਗਣਾ। ਬਈ ਗੁਰੂ ਦੀ ਮੱਤ ਦੁਆਰਾ ਜਿਹੜੇ ਗੁਰਮੁਖ ਉਹ ਅਨਦਿਨ ਜਾਗਦੇ। ਅਨਦਿਨ ਜਾਗਣ ਦਾ ਭਾਵ ਹੁੰਦਾ ਵੀ ਇੱਧਰ ਵੀ ਉਹਨਾਂ ਦਾ ਮਨ ਜਾਗਦਾ, ਜਦੋਂ ਆਪਦੇ ਘਰ ਜਾਂਦੇ ਉਧਰ ਵੀ ਜਾਗਦੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਬਈ ਆਪਾਂ ਇਸ ਤਰੀਕੇ ਦੇ ਨਾਲ ਇਸ ਸੰਸਾਰ ਦੇ ਵਿੱਚ ਵਿਚਰਨਾ, ਬਈ ਤਾਂ ਕਿ ਅਸੀਂ ਇੱਥੇ ਵੀ ਜਾਗਦੇ ਰਹੀਏ ਅਤੇ ਆਪਦੇ ਘਰ ਜਾ ਕੇ ਵੀ ਸਾਡਾ ਜਿਹੜਾ ਮਨ ਹੈ ਉਹ ਜਾਗਤ ਅਵਸਥਾ ਵਿੱਚ ਆਵੇ। ਉਹਦੇ ਵਾਸਤੇ ਫਿਰ ਆਪਾਂ ਨੂੰ ਮਹਾਰਾਜ ਕਹਿੰਦੇ ਵੀ ਜੇ ਅਸੀਂ ਸਿਮਰਨ ਕਰਾਂਗੇ, ਫਿਰ ਸਾਨੂੰ ਸਮਝਾਉਂਦੇ ਪ੍ਰਭ ਕੈ ਸਿਮਰਨ ਅਨਦਿਨ ਜਾਗੈ। ਬਈ ਜਦੋਂ ਅਸੀਂ ਮਾਲਕ ਦਾ ਸਿਮਰਨ ਕਰਾਂਗੇ, ਸਾਡਾ ਮਨ ਹੈ ਜਿਹੜਾ ਉਹ ਅਨਦਿਨ ਜਾਗ ਪਏਗਾ। ਫਿਰ ਅਸੀਂ ਇਹ ਮਾਇਆ ਤੋਂ ਉੱਪਰ ਉੱਠ ਜਾਵਾਂਗੇ, ਵਿਚਾਰਾਂ ਤੋਂ, ਫੁਰਨਿਆਂ ਤੋਂ ਸਾਡਾ ਮਨ ਉੱਪਰ ਉੱਠ ਜਾਏਗਾ ਅਤੇ ਜਾਗਤ ਅਵਸਥਾ 'ਚ ਆ ਜਾਏਗਾ। ਹੁਣ ਗੁਰਬਾਣੀ ਗੁਰੂ ਉਹਨਾਂ ਗੁਰਸਿੱਖਾਂ ਦੀ, ਉਹਨਾਂ ਭਗਤਾਂ ਦੀ ਹੈ ਜਿਹੜੇ ਜਾਗੇ ਨੇ। ਜਾਗਣ ਤੋਂ ਬਾਅਦ ਉਹਨਾਂ ਨੇ ਫਿਰ ਆਪਾਂ ਨੂੰ ਇਹ ਸਾਰਾ ਖੇਲ ਸਮਝਾਇਆ ਬਈ ਸਾਡਾ ਜਿਹੜਾ ਦੇਸ਼ ਹੈ ਉਹ ਪਰਲੋਕ, ਜਿੱਥੇ ਦੇ ਅਸੀਂ ਸਾਰੇ ਵਾਸੀ ਹਾਂ, ਅਸੀਂ ਉੱਥੇ ਦੇ ਰਹਿਣ ਵਾਲੇ। ਇਸ ਲੋਕ ਦੇ ਵਿੱਚ ਅਸੀਂ ਕੁਝ ਸਮੇਂ ਵਾਸਤੇ ਆਉਂਦੇ ਹਾਂ। ਸਵੇਰੇ ਆਏ ਅਤੇ ਵਾਪਸ ਅਸੀਂ ਆਪਣੇ ਦੇਸ਼, ਆਪਣੇ ਘਰ ਨੂੰ ਜਾਣਾ। ਇਹ ਰੋਜ਼ ਦੀ ਰੋਜ਼ ਦਾ ਖੇਲ ਹੈ ਜੋ ਮਹਾਰਾਜ ਆਪਾਂ ਨੂੰ ਫਰਮਾਉਂਦੇ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ। ਬਈ ਸਾਰਾ ਜਗਤ ਇਹ ਖੇਲ ਦੇ ਵਿੱਚ ਖੇਲ ਰਿਹਾ ਅਤੇ ਆਪਾਂ ਵੀ ਖੇਲ ਰਹੇ। ਹੁਣ ਅਸੀਂ ਇੱਧਰ ਆ ਕੇ ਖੇਲਣ ਵਾਸਤੇ ਤਾਂ ਆ ਗਏ, ਇੱਥੇ ਆ ਕੇ ਮਨ ਸੌਂ ਗਿਆ, ਸੁੱਤਾ ਹੋਇਆ ਹੁਣ ਆਪਦਾ ਪਿਛੋਕੜ ਭੁੱਲ ਗਿਆ ਵੀ ਮੈਂ ਕਿੱਥੋਂ ਆਇਆ, ਮੈਨੂੰ ਕਿਹਨੇ ਭੇਜਿਆ। ਅਸੀਂ ਆਪਦੇ ਦੇਸ਼ ਨੂੰ ਵੀ ਭੁੱਲ ਗਏ ਅਤੇ ਜਿਹੜਾ ਸਾਡੇ ਘਰ ਨੂੰ ਰਸਤਾ ਜਾਂਦਾ ਸੀ ਵਾਪਸ, ਅਸੀਂ ਉਹਨੂੰ ਵੀ ਭੁੱਲ ਗਏ। ਜਿਵੇਂ ਆਪਾਂ ਹੁਣ ਸੌਂ ਜਾਂਦੇ ਹਾਂ, ਇੱਧਰ ਦੇ ਸੌਣ ਤੋਂ ਮਗਰੋਂ ਸਾਨੂੰ ਇੱਧਰ ਦਾ ਸਾਰਾ ਕੁਛ ਭੁੱਲ ਜਾਂਦਾ। ਆਪਾਂ ਨੂੰ ਨਹੀਂ ਗਿਆਨ ਰਹਿੰਦਾ ਵੀ ਸਾਡਾ ਕਿਹੜਾ ਘਰ ਹੈ, ਸਾਡਾ ਕਿਹੜਾ ਪਰਿਵਾਰ ਹੈ, ਉਹ ਸਾਰਾ ਕੁਛ ਆਪਾਂ ਨੂੰ ਸੌਣ ਤੋਂ ਮਗਰੋਂ ਭੁੱਲ ਜਾਂਦਾ। ਹੁਣ ਇਸੇ ਤਰ੍ਹਾਂ ਹੀ ਜਦੋਂ ਆਪਣਾ ਮਨ ਇੱਧਰ ਆ ਕੇ ਸੌਂ ਜਾਂਦਾ, ਇਹ ਆਪਣਾ ਪਿਛੋਕੜ ਜਿਹੜਾ ਇਹ ਸਾਰਾ ਭੁੱਲ ਜਾਂਦਾ। ਬਈ ਮੈਂ ਕੌਣ ਹਾਂ, ਕਿੱਥੋਂ ਆਇਆ, ਮੇਰਾ ਕਿਹੜਾ ਦੇਸ਼ ਹੈ, ਮੇਰਾ ਮਾਤਾ ਪਿਤਾ ਕੌਣ ਹੈ, ਮੇਰਾ ਪਰਿਵਾਰ ਕਿਹੜਾ ਹੈ, ਇਹ ਸਭ ਕੁਛ ਭੁੱਲ ਜਾਂਦਾ। ਹੁਣ ਮਨ ਸੁੱਤਾ ਹੋਣ ਕਰਕੇ ਫਿਰ ਇਹਨੂੰ ਕੁਝ ਵੀ ਭੇਤ ਨਹੀਂ ਰਹਿੰਦਾ। ਜਿਵੇਂ ਸੀਤਾ, ਇਹ ਸਾਡਾ ਪਰਿਵਾਰ, ਇਹ ਆਤਮਾ, ਧਰਮ ਰਾਏ, ਚਿੱਤਰਗੁਪਤ, ਇਹ ਕਾਲ, ਤ੍ਰੈ ਗੁਣ, ਇਹ ਕਾਮ, ਕ੍ਰੋਧ, ਲੋਭ, ਹੰਕਾਰ, ਇਹ ਇੱਕ ਪਰਿਵਾਰ ਸੀ। ਹੁਣ ਅਸੀਂ ਇਹ ਪਰਿਵਾਰ ਦੀਆਂ ਡਿਊਟੀਆਂ ਜਾਣਨੀਆਂ ਸੀ, ਇਹ ਜਾਣ ਕੇ ਅਸੀਂ ਇਹ ਖੇਲ ਨੂੰ ਸਮਝ ਕੇ ਖੇਲ ਨੂੰ ਜਿੱਤਣਾ ਸੀ।
ਹੁਣ ਅਸੀਂ ਇਹਨਾਂ ਦੀਆਂ ਡਿਊਟੀਆਂ ਤਾਂ ਕੀ ਜਾਣਣੀਆਂ ਸੀ। ਅਸੀਂ ਆਪਣਾ ਆਪਾ ਹੀ ਭੁੱਲ ਗਏ, ਆਪਣਾ ਸਰੂਪ ਹੀ ਭੁੱਲ ਗਏ ਵੀ ਅਸੀਂ ਕੌਣ। ਫਿਰ ਅਸੀਂ ਆਪਦੇ ਘਰ ਨੂੰ ਵੀ ਭੁੱਲ ਗਏ ਵੀ ਸਾਡਾ ਜਿਹੜਾ ਘਰ ਹੈ ਉਹ ਘਰ ਕਿੱਥੇ ਹੈ। ਉਹ ਘਰ ਨੂੰ ਵੀ ਭੁੱਲ ਗਏ ਅਤੇ ਆਪਣੇ ਪਰਿਵਾਰ ਨੂੰ ਵੀ ਭੁੱਲ ਗਏ, ਸਾਰਾ ਕੁਛ ਹੀ ਭੁੱਲ ਗਏ। ਹੁਣ ਇਸ ਲਈ ਫਿਰ ਜਦੋਂ ਮਨ ਭੁੱਲ ਜਾਂਦਾ ਸਾਰਾ ਕੁਛ, ਫਿਰ ਇਹ ਮਾਇਆ ਦੇ ਘਰ ਜਾ ਕੇ ਸੌਂ ਜਾਂਦਾ। ਇਸੇ ਵਰਥਾਏ ਮਹਾਰਾਜ ਕਹਿੰਦੇ ਭੂਲਾ ਮਨ ਮਾਇਆ ਘਰ ਜਾਈ। ਬਈ ਮਨ ਜਿਹੜਾ ਭੁੱਲ ਗਿਆ ਅਤੇ ਮਾਇਆ ਦੇ ਘਰ ਜਾ ਕੇ ਇਹ ਸੌਂ ਗਿਆ ਭਰਮ ਦੇ ਵਿੱਚ। ਹੁਣ ਸੁੱਤਾ ਹੋਇਆ ਮਨ ਹੀ ਸੁਪਨਾ ਦੇਖਦਾ, ਜਿਹੜਾ ਇਹ ਜਗਤ ਸੰਸਾਰ ਇਹ ਇੱਕ ਸੁਪਨਾ ਹੈ। ਹੁਣ ਇਹ ਸੁਪਨੇ ਦੇ ਵਿੱਚ ਮਨ ਚੱਲ ਰਿਹਾ, ਇਹਨੂੰ ਸੁਪਨਾ ਜਿਹੜਾ ਇਹ ਬੜਾ ਪਿਆਰਾ ਲੱਗਦਾ ਅਤੇ ਇਹ ਸੁਪਨਾ ਇਹਨੂੰ ਬੜਾ ਸੱਚਾ ਲੱਗਦਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਫਿਰ ਜਗ ਜੀਵਨ ਐਸਾ ਸੁਪਨੇ ਜੈਸਾ। ਬਈ ਇਹ ਜਿਹੜਾ ਜਗ ਜਿਹੜਾ ਸੰਸਾਰ ਇਹ ਸੁਪਨੇ ਵਰਗਾ ਹੈ। ਜਿਵੇਂ ਆਪਾਂ ਰਾਤ ਨੂੰ ਸੁਪਨਾ ਦੇਖਦੇ ਹਾਂ ਅਤੇ ਜਦੋਂ ਅੱਖ ਖੁੱਲ੍ਹਦੀ ਉਹ ਸੁਪਨਾ ਟੁੱਟ ਜਾਂਦਾ, ਸੁਪਨਾ ਖਤਮ ਹੋ ਜਾਂਦਾ। ਇਸੇ ਤਰ੍ਹਾਂ ਹੀ ਹੁਣ ਇਹ ਸੰਸਾਰ ਸੁਪਨਾ ਹੈ। ਜਦੋਂ ਸਾਡਾ ਮਨ ਜਾਗੇਗਾ ਫਿਰ ਇਹ ਸੁਪਨਾ ਖਤਮ ਹੋ ਜਾਏਗਾ। ਜਦ ਤੱਕ ਹੁਣ ਮਨ ਜਾਗਦਾ ਨਹੀਂ ਉਹਨਾਂ ਸਮਾਂ ਇਹਨੂੰ ਸੁਪਨਾ ਜਿਹੜਾ ਇਹੋ ਸੱਚਾ ਲੱਗਦਾ। ਹੁਣ ਮਹਾਰਾਜ ਕਹਿੰਦੇ ਵੀ ਇਹਨੇ ਸੁਪਨੇ ਨੂੰ ਸੱਚ ਕਰਕੇ ਮੰਨਿਆ ਹੋਇਆ। ਜੋ ਸੱਚ ਹੈ ਪਰਮਾਤਮਾ ਵਾਹਿਗੁਰੂ ਉਹਨੂੰ ਭੁੱਲ ਗਿਆ। ਜਿਹੜਾ ਝੂਠ ਹੈ ਸੁਪਨਾ ਉਹ ਸੁਪਨੇ ਨੂੰ ਸੱਚ ਕਰਕੇ ਮੰਨ ਲਿਆ। ਇਸ ਲਈ ਫਰਮਾਉਂਦੇ ਜਗ ਜੀਵਨ ਐਸਾ ਸੁਪਨੇ ਜੈਸਾ। ਜੀਵਨ ਸੁਪਨ ਸਮਾਨਕ ਸਾਜ ਕਰ ਹਮ ਗਾਠ ਦੀਨੀ ਛੋੜ ਪਰਮ ਨਿਧਾਨਕ। ਬਈ ਮਾਨੇ ਸੁਪਨੇ ਨੂੰ ਸੱਚ ਕਰਕੇ ਮੰਨਿਆ ਹੋਇਆ। ਹੁਣ ਮਹਾਰਾਜ ਫਿਰ ਸੱਚੇ ਪਾਤਸ਼ਾਹ ਇਸ ਲਈ ਸਮਝਾਉਂਦੇ ਵੀ ਸੁਪਨਾ ਨਾ ਦੇਖੋ। ਬਈ ਤੁਸੀਂ ਜਾਗਤ ਅਵਸਥਾ ਦੇ ਵਿੱਚ ਆਓ। ਜੇ ਹੁਣ ਅਸੀਂ ਸੁਪਨਾ ਹੀ ਦੇਖਦੇ ਰਹਾਂਗੇ ਫਿਰ ਸਾਡਾ ਜਿਹੜਾ ਸਮਾਂ ਇਹ ਸੁਪਨੇ ਦੇ ਵਿੱਚ ਹੀ ਲੰਘ ਜਾਏਗਾ। ਸਾਡੇ ਜੀਵਨ ਦੀ ਰੈਣ ਜਿਹੜੀ ਇਹ ਫਿਰ ਖਤਮ ਹੋ ਜਾਣੀ ਹੈ ਅਤੇ ਸੁਪਨਾ ਫਿਰ ਜਦੋਂ ਸਮਾਂ ਖਤਮ ਹੋਇਆ ਉਦੋਂ ਟੁੱਟੇਗਾ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਹੁਣ ਜਾਗੋ, ਪਹਿਲਾਂ ਸਮਾਂ ਖਤਮ ਹੋਣ ਤੋਂ ਪਹਿਲਾਂ ਜਾਗੋ। ਤਾਈਆਂ ਮਹਾਰਾਜ ਫਰਮਾਉਂਦੇ ਜਾਗੋ ਜਾਗੋ ਸੁਤਿਓ ਚੱਲਿਆ ਬਣਜਾਰਾ। ਬਈ ਸੁਤੇ ਨਾ ਰਹੋ, ਤੁਸੀਂ ਜਾਗੋ। ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ। ਵੀ ਮਾਲਕ ਬੋਲ ਰਿਹਾ ਸਾਡੇ ਅੰਦਰ, ਤੁਸੀਂ ਉਹ ਮਾਲਕ ਦੀ ਆਵਾਜ਼ ਨੂੰ ਸੁਣੋ। ਸਾਡੇ ਅੰਦਰ ਮਾਲਕ ਕਥਾ ਕਰ ਰਹੇ ਨੇ, ਉਹ ਕਥਾ ਨੂੰ ਸੁਣੋ। ਹੁਣ ਉਹ ਕਥਾ ਨੂੰ ਅਸੀਂ ਫੇਰ ਹੀ ਸੁਣਾਂਗੇ ਜੇ ਅਸੀਂ ਜਾਗਾਂਗੇ। ਜਦ ਤੱਕ ਜਾਗਦੇ ਨਹੀਂ ਉਹਨਾਂ ਸਮਾਂ ਸਾਨੂੰ ਉਹ ਕਥਾ ਦਾ ਭੇਦ ਨਹੀਂ ਆਉਂਦਾ। ਬਈ ਉਹ ਕਥਾ ਸਾਡੇ ਅੰਦਰ ਕਿੱਥੇ ਮਾਲਕ ਕਰ ਰਹੇ ਨੇ। ਜਿਸ ਕਥਾ ਨੂੰ ਸਾਰੀਆਂ ਕਥਾਵਾਂ ਦੇ ਨਾਲੋਂ ਉੱਤਮ ਕਥਾ ਆਖੀ, ਜਿਹੜੀ ਕਥਾ ਨੂੰ ਸੁਣਨ ਦੇ ਨਾਲ ਸਾਡੇ ਮਨ ਦੇ ਜਿਹੜੇ ਦੁੱਖ, ਜਿਹੜਾ ਇਹਨੂੰ ਜਨਮ ਮਰਨ ਦਾ ਰੋਗ ਲੱਗਿਆ, ਸਾਡਾ ਇਹ ਰੋਗ ਕੱਟਿਆ ਜਾਣਾ। ਇਸ ਵਰਥਾਏ ਮਹਾਰਾਜ ਫਰਮਾਉਂਦੇ ਸਭ ਤੇ ਉੱਤਮ ਹਰ ਕੀ ਕਥਾ। ਨਾਮ ਸੁਣਤ ਦਰਦ ਦੁੱਖ ਲਥਾ। ਬਈ ਸਭ ਤੋਂ ਜਿਹੜੀ ਉੱਤਮ ਹੈ ਉਹ ਹਰੀ ਦੀ ਕਥਾ, ਜੋ ਸਾਡੇ ਅੰਦਰ ਮਾਲਕ ਕਰ ਰਹੇ। ਉਹਨੂੰ ਸੁਣਨ ਦੇ ਨਾਲ ਸਾਡੇ ਮਨ ਦੇ ਜਿਹੜੇ ਦੁੱਖ ਕਲੇਸ਼ ਨੇ ਉਹ ਸਾਰੇ ਖਤਮ ਹੋਣੇ। ਜਿਹੜਾ ਸਾਨੂੰ ਰੋਗ ਲੱਗਿਆ ਜਨਮ ਮਰਨ ਦਾ, ਇਹ ਸਾਡਾ ਰੋਗ ਮਿਟ ਜਾਣਾ। ਹੁਣ ਉਹ ਕਥਾ ਅਸੀਂ ਫੇਰ ਹੀ ਸੁਣਾਂਗੇ ਜੇ ਅਸੀਂ ਜਾਗਾਂਗੇ।
ਜੇ ਹੁਣ ਮਨ ਸੁੱਤਾ ਹੋਇਆ ਕਥਾ ਨੂੰ ਸੁਣਦਾ ਨਹੀਂ। ਜਿਵੇਂ ਹੁਣ ਆਪਾਂ ਗੁਰਬਾਣੀ ਗੁਰੂ ਨੂੰ ਸੁਣਨਾ ਹੋਵੇ, ਤੇ ਜੇ ਅਸੀਂ ਸੁੱਤੇ ਹੋਈਏ ਤਾਂ ਸੁੱਤਿਆਂ ਨੂੰ ਸਾਨੂੰ ਸੁਣੇਗੀ ਨਹੀਂ ਕੁਛ। ਜੇ ਅਸੀਂ ਜਾਗਾਂਗੇ ਤੇ ਫੇਰ ਹੀ ਸੁਣਾਂਗੇ ਵੀ ਸਤਿਗੁਰੂ ਸਾਨੂੰ ਕੀ ਗੁਰਬਾਣੀ ਗੁਰੂ ਵਿੱਚ ਉਪਦੇਸ਼ ਕਰ ਰਹੇ, ਕੀ ਸਾਨੂੰ ਸਮਝਾ ਰਹੇ ਨੇ, ਕੀ ਸਾਨੂੰ ਕਹਿਣਾ ਚਾਹੁੰਦੇ। ਜੇ ਹੁਣ ਸੁੱਤੇ ਪਏ ਆ ਤੇ ਸੁੱਤਿਆਂ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਵੀ ਕੀ ਕਹਿ ਰਹੇ ਨੇ। ਹੁਣ ਇਸੇ ਤਰ੍ਹਾਂ ਹੀ ਸਾਡੇ ਅੰਦਰ ਮਾਲਕ ਬੋਲ ਰਹੇ, ਉਹ ਹਰੀ ਦੀ ਕਥਾ ਸਾਡੇ ਅੰਦਰ ਹੋ ਰਹੀ ਹੈ, ਜਿਹਨੂੰ ਕਹਿੰਦੇ ਹਰ ਕੀ ਕਥਾ ਅਨਾਹਦ ਬਾਣੀ। ਬਈ ਹਰੀ ਦੀ ਕਥਾ ਕੀ ਹੈ? ਅਨਹਦ ਬਾਣੀ। ਵੀ ਉਹ ਅਨਹਦ ਬਾਣੀ ਸਾਡੇ ਅੰਦਰ ਚੱਲ ਰਹੀ ਤੇ ਮਾਲਕ ਉਹ ਕਥਾ ਕਰ ਰਹੇ। ਹੁਣ ਉਹ ਕਥਾ ਨੂੰ ਤਾਈਓ ਮਨ ਸੁਣੇਗਾ ਜੇ ਇਹ ਜਾਗੇਗਾ, ਤਾਂ ਜੇ ਇਹਦਾ ਸੁਪਨਾ ਟੁੱਟੇਗਾ। ਜੇ ਹੁਣ ਇਹ ਸੁਪਨਾ ਹੀ ਦੇਖੀ ਜਾਏਗਾ ਤੇ ਸੁੱਤਾ ਹੋਇਆ, ਤੇ ਸੁੱਤੇ ਹੋਏ ਨੂੰ ਉਹ ਕਥਾ ਸੁਣੇਗੀ ਵੀ ਨਹੀਂ। ਸੋ ਤਾਂ ਫਿਰ ਮਾਰੇ ਹੀ ਕਹਿੰਦੇ ਵੀ ਸੁੱਤੇ ਨਾ ਰਹੋ, ਤੁਸੀਂ ਜਾਗੋ। ਹੁਣ ਦੋ ਅਵਸਥਾ ਦੇ ਵਿੱਚ ਜਿਹੜਾ ਮਨ ਹੈ ਇਹ ਸਾਡਾ ਜਾਗਤ। ਜ਼ਿਆਦਾ ਹੁਣ ਆਪਾਂ ਗੁਰਬਾਣੀ ਗੁਰੂ ਦੇ ਦੱਸੇ ਮੁਤਾਬਕ ਸਿਮਰਨ ਕਰੀਏ ਤੇ ਨਾਲ ਨਾਲ ਮਨ ਨੂੰ ਗੁਰੂ ਦੀ ਮੱਤ ਦਈਏ, ਫਿਰ ਇਹ ਸਾਡਾ ਮਨ ਜਾਗੇਗਾ। ਜੋ ਬਾਰੇ ਹੀ ਫਰਮਾਉਂਦੇ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਬਈ ਅਸੀਂ ਸਿਮਰਨ ਕਰਕੇ ਅਤੇ ਨਾਲ ਨਾਲ ਗਿਆਨ ਦੀ ਮੱਤ ਦੇ ਕੇ ਮਨ ਨੂੰ ਅਸੀਂ ਘਰ ਲਿਜਾ ਸਕਦੇ। ਜੇ ਹੁਣ ਜੀਵ ਨਾ ਤਾਂ ਸਿਮਰਨ ਕਰਦਾ, ਨਾ ਉਹ ਸਤ ਸੰਗਤ ਕਰਦਾ, ਨਾ ਉਹ ਗੁਰੂ ਦੀ ਮੱਤ ਲੈਂਦਾ, ਫਿਰ ਉਹ ਜੀਵ ਉਦੋਂ ਜਾਗਦਾ ਜਦੋਂ ਉਹਦਾ ਦਿੱਤਾ ਹੋਇਆ ਸਮਾਂ ਖਤਮ ਹੁੰਦਾ। ਉਹ ਫਿਰ ਆ ਕੇ ਜਮ ਜਗਾਉਂਦੇ। ਜਮਾਂ ਦਾ ਜਗਾਉਣ ਦਾ ਜਿਹੜਾ ਤਰੀਕਾ ਹੈ, ਉਹ ਫਿਰ ਸਿਰ ਦੇ ਵਿੱਚ ਡੰਡਾ ਮਾਰਦੇ ਆ ਕੇ ਜ਼ੋਰ ਦੀ। ਜਦੋਂ ਇਹਦੇ ਡੰਡਾ ਪੈਂਦਾ ਫਿਰ ਇਹ ਸੁੱਤਾ ਹੋਇਆ ਜਾਗਦਾ। ਮਾਰੇ ਫਰਮਾਉਂਦੇ ਜਮ ਕੋ ਡੰਡ ਪੜਿਓ ਸਿਰ ਉੱਪਰ, ਤਬ ਸੋਵਤ ਜਾਗਿਓ। ਕਹਾਂ ਹੋ ਤਬ ਕੇ ਪਛਤਾਈ, ਛੂਟਤ ਨਾਹੀਂ ਭਾਗਿਓ। ਬਈ ਫਿਰ ਪਛਤਾਉਂਦਾ ਤੇ ਫਿਰ ਛੁੱਟ ਨਹੀਂ ਸਕਦਾ। ਫਿਰ ਸਮਾਂ ਇਹਦਾ ਖਤਮ ਹੋ ਜਾਂਦਾ। ਉਦੋਂ ਪਤਾ ਲੱਗਦਾ ਇਹਨੂੰ ਬਈ ਇਹ ਤਾਂ ਮੈਂ ਸੁਪਨਾ ਦੇਖ ਰਿਹਾ ਸੀ। ਸੁਪਨੇ ਦੇ ਵਿੱਚ ਇਸ ਸੰਸਾਰ ਦੇ ਵਿੱਚ ਕੋਈ ਮਾਂ ਬਣਿਆ ਸੀ, ਕੋਈ ਪੁੱਤ ਸੀ, ਕੋਈ ਧੀ ਸੀ, ਕੋਈ ਔਰਤ ਮਰਦ ਬਣੇ ਸੀ। ਜਦੋਂ ਸੁਪਨਾ ਟੁੱਟਿਆ ਇਹ ਉਹ ਸਾਰੇ ਪਾਸੇ ਹੋ ਗਈ। ਤੇ ਫਿਰ ਇਹਨੂੰ ਪਤਾ ਲੱਗਦਾ ਵੀ ਇਹ ਜੱਗ ਜਿਹੜਾ ਇਹ ਸੁਪਨਾ ਸੀ, ਜਿਹਨੂੰ ਮਾਰੇ ਕਹਿੰਦੇ ਜੱਗ ਸੁਪਨਾ ਬਾਜੀ ਬਣੀ। ਖੇਨਵੇਂ ਖੇਲ ਖਲਾਏ, ਸੰਜੋਗੀ ਮਿਲ ਕਿਸੇ ਬਜੋਗੀ ਉੱਠ ਜਾਏ। ਬਈ ਇਹ ਜਿਹੜਾ ਜਾਗੇ ਦਾ ਸੁਪਨਾ ਬਣ ਗਿਆ, ਇਹ ਉਦੋਂ ਫਿਰ ਇਹ ਪਛਤਾਉਂਦਾ, ਤੇ ਫਿਰ ਉਦੋਂ ਪਛਤਾਉਣ ਦਾ ਕੋਈ ਲਾਹਾ ਨਹੀਂ ਹੁੰਦਾ, ਕੋਈ ਲਾਭ ਨਹੀਂ ਹੁੰਦਾ। ਕਿਉਂਕਿ ਜਿਹੜਾ ਸਮਾਂ ਸੀ ਉਹ ਬਾਰੇ ਹੀ ਕਹਿੰਦੇ ਬੀਤ ਗਿਆ। ਇਸ ਲਈ ਫਿਰ ਪਹਿਲਾਂ ਹੀ ਸਾਵਧਾਨ ਕਰਤੇ ਬਈ ਬਾਅਦ ਦੇ ਵਿੱਚ ਪਛਤਾਉਣ ਦੇ ਨਾਲੋਂ ਬਈ ਉਦੋਂ ਕੋਈ ਪਛਤਾਵੇ ਦਾ ਲਾਹਾ ਨਹੀਂ ਹੁੰਦਾ। ਵੀ ਹੁਣ ਪਹਿਲਾਂ ਸਿਮਰਨ ਅਭਿਆਸ ਕਰਕੇ ਮਨ ਨੂੰ ਜਾਗਤ ਅਵਸਥਾ ਚੱਲੇ ਆ। ਹੁਣ ਤਾਂ ਫਿਰ ਸਤਿਗੁਰੂ ਕਹਿੰਦੇ ਬਈ ਜਾਗੋ। ਤੇ ਜਾਗਣ ਵਾਸਤੇ ਕੀ ਕਰੀਏ? ਕਹਿੰਦੇ ਸਿਮਰਨ ਕਰੋ। ਸਿਮਰਨ ਕਰਕੇ ਮਨ ਨੂੰ ਜਗਾਓ। ਹੁਣ ਉਹਦੇ ਵਾਸਤੇ ਫਿਰ ਇਹ ਮਿਹਨਤ ਹੈ, ਅਭਿਆਸ ਹੈ। ਬਈ ਅਸੀਂ ਕਿੰਨਾ ਕੁ ਗੁਰੂ ਦਾ ਜਿਹੜਾ ਬਚਨ ਹੈ, ਬਈ ਅਸੀਂ ਕਿੰਨਾ ਕੁ ਮੰਨਦੇ ਹਾਂ, ਕਿੰਨਾ ਕੁ ਕਮਾਉਂਦੇ। ਜੇ ਅਸੀਂ ਬਚਨ ਕਮਾਵਾਂਗੇ ਤੇ ਫਿਰ ਅਸੀਂ ਤਰ ਜਾਵਾਂਗੇ। ਮਹਾਰਾਜ ਇਸ ਲਈ ਫਰਮਾਉਂਦੇ ਸੰਤੋ ਸਾਗਰ ਪਾਰ ਉਤਰੀਏ।
ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸ਼ਾਦੀ ਤਰੀਏ। ਬਈ ਜੇ ਅਸੀਂ ਬਚਨ ਕਮਾਈਏ ਸੰਤਾਂ ਦਾ, ਫਿਰ ਅਸੀਂ ਤਰ ਜਾਂਦੇ। ਇਹ ਸੰਤ ਆਪਾਂ ਨੂੰ ਬਚਨ ਕੀ ਕਰਦੇ, ਉਹ ਸਾਨੂੰ ਇਹੀਓ ਕਹਿੰਦੇ ਵੀ ਸਿਮਰਨ ਕਰੋ। ਸੰਤਾਂ ਦਾ ਇਹੀਓ ਕਰਮ ਹੁੰਦਾ ਵੀ ਉਹਨਾਂ ਨੇ ਆਪ ਵੀ ਸਿਮਰਨ ਕਰਨਾ, ਇਹ ਆਪਾਂ ਨੂੰ ਵੀ ਸਿਮਰਨ ਕਰਾਉਣਾ, ਜਿਹਦੇ ਨਾਲ ਸਾਡੇ ਮਨ ਨੇ ਸੁਖੀ ਹੋਣ। ਜੋ ਮਹਾਰਾਜ ਕਹਿੰਦੇ ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ। ਸਿਮਰ 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 ਸੁਖ ਪਾਵੋ, ਆਪ ਜਪੋ ਆਪਣਾ ਨਾਮ ਜਪਾਵੋ। ਉਹਨਾਂ ਨੇ ਆਪ ਵੀ ਜਪਣਾ ਤੇ ਆਪਾਂ ਨੂੰ ਵੀ ਜਪਾਉਣਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਜੇ ਅਸੀਂ ਉਹਨਾਂ ਦਾ ਵਚਨ ਮੰਨੀਏ ਕਮਾਈਏ ਤੇ ਫਿਰ ਅਸੀਂ ਤਰ ਸਕਦੇ। ਵੀ ਜੇ ਅਸੀਂ ਇਹ ਸੇਵਾ ਨਾ ਕਰੀਏ ਤੇ ਸਾਡਾ ਮਨ ਜਾਗਤ ਅਵਸਥਾ 'ਚ ਆ ਸਕਦਾ, ਫਿਰ ਸਾਨੂੰ ਭੇਤ ਆ ਸਕਦਾ ਆਪਦੇ ਘਰ ਦਾ, ਫਿਰ ਅਸੀਂ ਆਪਦੇ ਦੇਸ਼ ਵਾਪਸ ਜਾ ਸਕਦੇ ਜੇ ਅਸੀਂ ਜਾਗਾਂਗੇ। ਜੇ ਅਸੀਂ ਸੁੱਤੇ ਰਵਾਂਗੇ, ਸੁੱਤਿਆਂ ਨੂੰ ਸਾਨੂੰ ਸਮਝ ਨਹੀਂ ਲੱਗੇਗੀ। ਜਿਵੇਂ ਹੁਣ ਗੁਰਬਾਣੀ ਗੁਰੂ ਜੋ ਸਾਨੂੰ ਉਪਦੇਸ਼ ਕਰ ਰਹੇ, ਸਾਨੂੰ ਇਸ ਉਪਦੇਸ਼ ਦੀ ਫੇਰ ਸਮਝ ਲੱਗਦੀ ਜੇ ਸਾਡਾ ਮਨ ਜਾਗਦਾ ਹੈ। ਜੇ ਮਨ ਸੁੱਤਾ ਹੈ, ਸੁੱਤੇ ਨੂੰ ਸਮਝ ਨਹੀਂ ਆਉਂਦੀ ਵੀ ਸਾਨੂੰ ਕੀ ਉਪਦੇਸ਼ ਕਰਦੇ ਨੇ, ਕੀ ਸਮਝਾ ਰਹੇ ਨੇ। ਇਹ ਅੱਗੇ ਗੁਰਬਾਣੀ ਗੁਰੂ ਚੌਥੇ ਪਦ ਦੀ ਗੱਲ ਕਰਦੇ, ਸਾਡਾ ਮਨ ਜਿਹੜਾ ਮਾਇਆ ਦੇ ਘਰ ਦੇ ਵਿੱਚ ਆ ਕੇ ਸੁੱਤਾ ਪਿਆ ਤ੍ਰੈ ਗੁਣਾਂ ਦੇ ਵਿੱਚ। ਜੋ ਮਹਾਰਾਜ ਕਹਿੰਦੇ ਵੀ ਗੁਰਬਾਣੀ ਨੂੰ ਵਿਰਲਾ ਹੀ ਗੁਰਮੁਖ ਵਿਚਾਰ ਸਕਦਾ, ਜਿਹੜਾ ਚੌਥੇ ਪਦ ਦੇ ਵਿੱਚ ਵਿਚਰਦਾ। ਇਸ ਲਈ ਫਰਮਾਉਂਦੇ ਬਾਣੀ ਵਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਈ। ਬਈ ਗੁਰਬਾਣੀ ਗੁਰੂ ਚੌਥੇ ਪਦ ਦੀ ਗੱਲ ਕਰਤੀ। ਸਾਡਾ ਜਿਹੜਾ ਮਨ ਹੈ ਮਾਇਆ ਦੇ ਘਰ 'ਚ ਸੁੱਤਾ ਪਿਆ। ਹੁਣ ਜਦੋਂ ਅਸੀਂ ਚੌਥੇ ਪਦ ਵਿੱਚ ਜਾਵਾਂਗੇ ਤੇ ਫੇਰ ਹੀ ਗੁਰਮੁਖ ਬਣਾਂਗੇ। ਇਹ ਮਹਾਰਾਜ ਕਹਿੰਦੇ ਵੀ ਗੁਰਬਾਣੀ ਨੂੰ ਫਿਰ ਗੁਰਮੁਖ ਹੀ ਵਿਚਾਰ ਸਕਦਾ, ਜਿਹੜਾ ਚੌਥੇ ਪਦ ਵਿੱਚ ਜਿਹੜਾ ਆਪਦੇ ਘਰ ਵੱਸਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਸਤ ਸੰਗਤ ਇਹ ਸਤਿਗੁਰ ਦਾ ਸਕੂਲ ਹੈ। ਜਦੋਂ ਅਸੀਂ ਸਤਿਗੁਰਾਂ ਦੇ ਸਕੂਲ ਵਿੱਚ ਆਵਾਂਗੇ ਤੇ ਫਿਰ ਸਾਨੂੰ ਇਹ ਬ੍ਰਹਮ ਵਿਦਿਆ ਦਾ ਭੇਤ ਆਉਣਾ, ਫਿਰ ਸਾਨੂੰ ਇਹ ਬ੍ਰਹਮ ਦਾ ਗਿਆਨ ਹੋਣਾ। ਜ਼ਿਆਦਾ ਕਿ ਅਸੀਂ ਸਤ ਸੰਗਤ ਨਹੀਂ ਕਰਦੇ, ਉਹਨਾਂ ਸਮਾਂ ਸਾਨੂੰ ਇਹ ਭੇਤ ਨਹੀਂ ਆਉਂਦਾ, ਸਾਨੂੰ ਇਹ ਸੋਝੀ ਨਹੀਂ ਆਉਂਦੀ। ਜੋ ਮਹਾਰਾਜ ਕਹਿੰਦੇ ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾਂ। ਬਈ ਇਹ ਸਤ ਸੰਗਤ ਮੇਰਾ ਸਕੂਲ ਹੈ, ਜਿੱਥੇ ਆ ਕੇ ਅਸੀਂ ਇਹ ਸਿੱਖਿਆ ਲੈਣੀ, ਅਸੀਂ ਇਹ ਸਾਰੀ ਸੋਝੀ ਲੈਣੀ ਵੀ ਅਸੀਂ ਕੌਣ, ਅਸੀਂ ਕਿੱਥੋਂ ਆਏ ਹਾਂ, ਅਸੀਂ ਕੀ ਕਰਨ ਵਾਸਤੇ ਆਏ ਹਾਂ, ਕਿਹਨੇ ਸਾਨੂੰ ਭੇਜਿਆ, ਸਾਡਾ ਸਰੂਪ ਕੀ ਹੈ, ਅਸੀਂ ਕਿੰਨਾ ਕੁ ਸਮਾਂ ਇੱਥੇ ਰਵਾਂਗੇ ਤੇ ਅਸੀਂ ਗਾਂ ਜਾਣਾ ਕਿੱਥੇ, ਕਿੱਥੇ ਜਾਵਾਂਗੇ ਅੱਗੇ ਜਦੋਂ ਅਸੀਂ ਇਹ ਦੇਹ ਨੂੰ ਛੱਡਾਂਗੇ। ਇਹ ਸਾਰਾ ਫਿਰ ਸਾਨੂੰ ਇਹ ਬ੍ਰਹਮ ਦੇ ਗਿਆਨ ਦੇ ਵਿੱਚ ਭੇਜ ਦਿੱਤਾ ਜਾਂਦਾ। ਜੋ ਮਹਾਰਾਜ ਸਾਨੂੰ ਪੁੱਛਦੇ ਨੇ ਨਾ ਜਦੋਂ ਅਸੀਂ ਸਤਿਗੁਰਾਂ ਪਾਸ ਆਉਂਦੇ ਹਾਂ, ਉਹ ਸਾਨੂੰ ਫਿਰ ਪੁੱਛਦੇ ਵੀ ਤੁਹਾਨੂੰ ਪਤਾ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਕਿਹਨੇ ਤੁਹਾਨੂੰ ਭੇਜਿਆ ਅਤੇ ਕਿੰਨੀ ਕੁ ਤੁਹਾਡੇ ਕੋਲ ਮੁੱਦਤ ਸਮਾਂ ਹੈ, ਅਤੇ ਜਦੋਂ ਇਹ ਸਮਾਂ ਖਤਮ ਹੋਏਗਾ ਤੁਸੀਂ ਜਾਓਗੇ ਕਿੱਥੇ। ਮਹਾਰਾਜ ਫਰਮਾਉਂਦੇ ਸੁਣ ਰੇ ਤੂੰ ਕੌਣ ਕਹਾਂ ਤੇ ਆਇਓ, ਏਤੀ ਨਾ ਜਾਣੋ ਕੀਤੀ ਕ ਮੁੱਦਤ ਚਲਤੇ ਖਬਰ ਨਾ ਪਾਇਓ। ਬਈ ਕੀ ਸਾਨੂੰ ਭੇਤ ਹੈ ਵੀ ਅਸੀਂ ਕਿੱਥੋਂ ਆਏ ਹਾਂ, ਕਿੱਥੇ ਜਾਣਾ।
ਤੇ ਜਦੋਂ ਅਸੀਂ ਵਿਚਾਰਦੇ ਹਾਂ ਵੀ ਸਾਨੂੰ ਤਾਂ ਪਤਾ ਨਹੀਂ, ਤੇ ਫਿਰ ਮਹਾਰਾਜ ਕਹਿੰਦੇ ਤੁਸੀਂ ਪੁੱਛਦੇ ਕਾਹਤੋਂ ਨਹੀਂ? ਵੀ ਜੇ ਨਹੀਂ ਭੇਦ ਸਾਨੂੰ ਭੁੱਲ ਗਿਆ ਵੀ ਸਾਨੂੰ ਨਹੀਂ ਪਤਾ ਅਸੀਂ ਅੱਗੇ ਜਾਣਾ ਕਿੱਥੇ, ਅੱਗੇ ਗਿਆ ਜਾਣਾ ਨਹੀਂ ਮੈਂ ਭੁੱਲੇ ਤੂੰ ਸਮਝਾਈ, ਵੀ ਮੈਨੂੰ ਨਹੀਂ ਪਤਾ ਮੈਂ ਭੁੱਲ ਗਿਆ ਵੀ ਅੱਗੇ ਕਿੱਥੇ ਜਾਣਾ, ਤੇ ਮੈਨੂੰ ਦੱਸ ਦਿਓ। ਤੇ ਜੇ ਮਹਾਰਾਜ ਕਹਿੰਦੇ ਵੀ ਤੁਸੀਂ ਜਾਣ ਲਿਆ, ਤੁਹਾਨੂੰ ਲੱਗਦਾ ਵੀ ਜਿਹੜੇ ਜੀਅ ਭੁੱਲੇ ਨੇ ਉਹਨਾਂ ਨੂੰ ਤੁਸੀਂ ਜਾ ਕੇ ਸਮਝਾ ਦਿਓ ਵੀ ਇਹ ਸਭ ਤੋਂ ਵੱਡਾ ਦਾਨ ਪਰਉਪਕਾਰ ਹੈ। ਮਹਾਰਾਜ ਕਹਿੰਦੇ ਤਾਂ ਕੋ ਸਮਝਾਵਣ ਜਾਈਏ ਜੇ ਕੋ ਭੁੱਲਾ ਹੋਈ, ਵੀ ਜਿਹੜਾ ਭੁੱਲਿਆ ਜੀਵ ਉਹਨੂੰ ਜਾ ਕੇ ਦੱਸੋ, ਉਹਨੂੰ ਸਮਝਾਓ। ਹੁਣ ਇਹ ਸਮਝਣ ਵਾਸਤੇ ਰਸਤਾ ਸਾਨੂੰ ਸਿਮਰਨ ਕਰਨਾ ਪੈਂਦਾ। ਜੇ ਅਸੀਂ ਉਹਦਾ ਆਖੀਏ ਵੀ ਸਾਨੂੰ ਸਮਝ ਲੱਗ ਜੇ, ਉਹਦਾ ਸਮਝ ਨਹੀਂ ਲੱਗਦੀ। ਨਾ ਸਮਝ ਲੱਗਣ ਕਰਕੇ ਫਿਰ ਸਾਨੂੰ ਇਹ ਸਿਮਰਨ ਕਰਨਾ ਪੈਂਦਾ ਵੀ ਤਾਂ ਕਿ ਸਾਡਾ ਮਨ ਇਕਾਗਰ ਹੋਵੇ, ਸਾਡਾ ਮਨ ਸੁਣਨ ਦੀ ਅਵਸਥਾ 'ਚ ਆਵੇ। ਜਿਉਂ-ਜਿਉਂ ਸਾਡਾ ਮਨ ਸੁਣਨ ਦੀ ਅਵਸਥਾ 'ਚ ਆਏਗਾ, ਵਿਚਾਰਾਂ ਤੋਂ ਰਹਿਤ ਹੋਏਗਾ, ਤਿਉਂ-ਤਿਉਂ ਫਿਰ ਸਾਨੂੰ ਸਮਝ ਲੱਗੇਗੀ, ਤੇ ਉਹਦੇ ਸਾਨੂੰ ਭੇਤ ਆਏਗਾ ਸਾਡਾ ਆਪਣੇ ਘਰ ਦਾ। ਆਹੋ ਹੁਣ ਜੋ ਮਹਾਰਾਜ ਸਾਨੂੰ ਕਹਿ ਰਹੇ ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ, ਇਹ ਅਗਾਥ ਕਹਾਣੀ ਨੂੰ ਸਮਝਣ ਵਾਸਤੇ ਸਤਿਗੁਰੂ ਆਪਾਂ ਨੂੰ ਇਹ ਸਿਮਰਨ ਅਭਿਆਸ ਦੱਸਦੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰੇ, ਜਦੋਂ ਇਹ ਆਪਾਂ ਅਭਿਆਸ ਕਰਦੇ ਇਹਦੇ ਨਾਲ ਫਿਰ ਸਾਡਾ ਜਿਹੜਾ ਮਨ ਹੈ ਇਹ ਜਾਗਤ ਅਵਸਥਾ 'ਚ ਹੁੰਦਾ। ਨਾਲ ਆਪਾਂ ਮਨ ਨੂੰ ਗੁਰੂ ਦੀ ਬਾਤ ਦਿੰਦੇ, ਫਿਰ ਇਹ ਸਾਡਾ ਮਨ ਇਹ ਮਾਇਆ ਤੋਂ ਨਿਰਲੇਪ ਹੁੰਦਾ, ਫਿਰ ਇਹ ਮਾਇਆ ਦੇ ਵਿੱਚ ਉਦਾਸੀ ਹੋ ਜਾਂਦਾ। ਇਸੇ ਵਰਤਾਈ ਫਿਰ ਆਪਾਂ ਨੂੰ ਸਮਝਾਉਂਦੇ ਬਈ ਜਿਹੜੇ ਗੁਰਸਿੱਖ ਉਹ ਜੋਗੀ ਜਾਗਦੇ, ਉਹ ਮਾਇਆ ਦੇ ਅੰਦਰ ਉਹ ਫਿਰ ਰਹਿੰਦੇ ਹੀ ਉਦਾਸੀ, ਮਾਇਆ ਤੋਂ ਨਿਰਲੇਪ ਹੁੰਦੇ।
ਜੋ ਸਾਨੂੰ ਫਰਮਾਉਂਦੇ ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਬਈ ਉਹ ਗੁਰਸਿੱਖ ਜੋਗੀ ਜਾਗਦੇ, ਜਾਗਦੇ ਕਿਵੇਂ? ਗੁਰੂ ਦੀ ਮੱਤ ਲੈ ਕੇ, ਗੁਰੂ ਦੀ ਸ਼ਰਨ 'ਚ ਜਾ ਕੇ। ਸੋ ਇਹੋ ਹੁਣ ਆਪਣੇ ਮਨ ਨੂੰ ਸਮਝਾਉਂਦੇ ਵੀ ਤੂੰ ਵੀ ਜਾਗ। ਹੁਣ ਜਾਗਣ ਵਾਸਤੇ ਫਿਰ ਇਹ ਅਸੀਂ ਵੱਧ ਤੋਂ ਵੱਧ ਅਭਿਆਸ ਕਰਨਾ। ਬਹਿੰਦੇ ਉੱਠਦੇ ਕੰਮ ਕਾਰ ਕਰਦੇ ਜਿੰਨਾ ਆਪਾਂ ਇਹ ਅਭਿਆਸ ਕਰਾਂਗੇ ਉਨਾ ਹੀ ਸਾਡਾ ਮਨ ਜਾਗਤ ਅਵਸਥਾ ਜਾਏਗਾ। ਉਹ ਮਹਾਰਾਜ ਸਾਨੂੰ ਸਮਝਾਉਂਦੇ ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਸ ਗਿਰਾਸ। ਬਈ ਸਦਾ ਹੀ ਤੇ ਆਵੋ, ਸਾਸ ਗਿਰਾਸ ਤੇ ਆਵੋ, ਬਹਿੰਦੇ ਉੱਠਦੇ ਤੇ ਆਵੋ। ਇਹ ਹੁਣ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ। ਬਹਿੰਦੇ ਉੱਠਦੇ ਕੰਮ ਕਾਰ ਕਰਦੇ ਗੁਰਮੰਤਰ ਨੂੰ ਦ੍ਰਿੜ ਕਰਨਾ। ਮਹਾਰਾਜ ਕਹਿੰਦੇ ਚੱਲਤ ਵੈਸਤ ਸੋਭਤ ਜਾਗਤ ਗੁਰਮੰਤਰ ਰਿਧੇ ਚਿਤਾਰ। ਬਈ ਜੇ ਅਸੀਂ ਇਹ ਗੁਰਮੰਤਰ ਨੂੰ ਹਿਰਦੇ 'ਚ ਵਸਾ ਲਾਂਗੇ ਸਾਨੂੰ ਬਾਲਕ ਭੁੱਲੇਗਾ ਨਹੀਂ। ਗੁਰ ਕਾ ਸ਼ਬਦ ਮਨ ਵਸੇ ਤਾਂ ਹਰ ਵਿਸਰ ਨਾ ਜਾਈ। ਇਸ ਲਈ ਹੁਣ ਇਹਨੂੰ ਆਪਾਂ ਦ੍ਰਿੜ ਕਰਨ, ਮਨ ਨੂੰ ਜਗਾਉਣ ਵਾਸਤੇ ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਨਾਲ ਨਾਲ ਵਿਚਾਰਨ ਅਤੇ ਵੱਧ ਤੋਂ ਵੱਧ ਆਪਾਂ ਸੰਗਤ ਕਰਨੀ ਹੈ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਪਾਉਣ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਆਪਣੇ ਹਿਰਦੇ 'ਚ ਵਸ ਜੇ ਅਤੇ ਆਪਾਂ ਵੀ ਇਹ ਗਿਆਨ ਨੂੰ ਕਮਾ ਕੇ ਆਪਣੇ ਜੀਵਨ ਦਾ ਜੋ ਅਸਲ ਮਕਸਦ ਹੈ ਉਹਨੂੰ ਪੂਰਾ ਕਰ ਸਕੀਏ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ